ਸੀ ਖਬਰ, ਪਰਿਵਾਰ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਦੇ ਬਾਹਰ ਪਹੁੰਚਿਆ ਹੋਇਆ ਸੀ ਔਰ 21 ਦਿਨਾਂ ਦੀ ਫਰਲੋ ਤੇ ਗੁਰਮੀਤ ਰਾਮ ਰਹੀਮ ਜਦੋਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਉਦੋਂ ਤੋਂ ਇੱਕ ਦੋ ਵਾਰੀ ਚੈੱਕਅਪ ਕਰਨ ਦੇ ਲਈ ਜ਼ਰੂਰ ਲਿਜਾਇਆ ਗਿਆ ਹੈ ਜਾਂ ਆਪਣੀ ਮਾਤਾ ਦੇ ਨਾਲ ਮੁਲਾਕਾਤ ਕਰ ਲਈ, ਪਰ 21 ਦਿਨਾਂ ਦੀ ਫਰਲੋ ਪਹਿਲੀ ਵਾਰ ਮਿਲੀ ਹੈ ਔਰ ਅੱਜ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਗਿਆ। ਇਹ ਇਸ ਵੇਲੇ ਦੀ ਵੱਡੀ ਅਪਡੇਟ ਹੈ। ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਨਿਕਲਿਆ। ਕੁਝ ਦੇਰ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ। ਤਾਂ 21 ਦਿਨਾਂ ਦੀ ਫਰਲੋ ਮਿਲੀ ਹੈ। ਸਿਆਸਤ ਇੱਕਦਮ ਗਰਮਾ ਗਈ ਹੈ। ਗੁਰੂਗ੍ਰਾਮ ਦੇ ਵਿੱਚ ਹਲਚਲ ਵਧੀ ਹੈ। ਜਿਵੇਂ ਅਸੀਂ ਦੱਸ ਰਹੇ ਸੀ, ਗੁਰਮੀਤ ਰਾਮ ਰਹੀਮ ਦੀ ਫਰਲੋ ਨੂੰ ਲੈ ਕੇ SGPC ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ। ਸਿਆਸੀ ਹਲਚਲ ਵਧੀ ਹੈ, ਸਿਆਸੀ ਸਰਗਰਮੀਆਂ ਵਧੀਆਂ ਨੇ ਔਰ ਸਿਆਸੀ ਪਾਰਾ ਵਧਿਆ ਹੈ ਪੰਜਾਬ ਦੇ ਵਿੱਚ, ਕਿਉਂਕਿ ਮੰਨਿਆ ਜਾਂਦਾ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦਾ ਇੱਕ ਵੱਡਾ ਵੋਟ ਬੈਂਕ ਹੈ ਔਰ ਜਿਸ ਪਾਰਟੀ ਵੱਲ ਇਹ ਵੋਟ ਬੈਂਕ ਭੁਗਤਦਾ ਹੈ ਉਸ ਪਾਰਟੀ ਨੂੰ ਸੱਤਾ ਦੇ ਵਿੱਚ ਕਾਫੀ ਫਾਇਦਾ ਮਿਲਦਾ ਹੈ। ਸੋ ਹੁਣ ਇਹ ਸਿੱਧਾ ਬੀਜੇਪੀ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਬੀਜੇਪੀ ਦੇ ਨਾਲ ਇਸ ਫੈਸਲੇ ਨੂੰ ਸਿੱਧਾ ਜੋੜ ਰਹੀਆਂ ਨੇ ਕਿ ਬੀਜੇਪੀ ਨੇ ਚੋਣਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ, ਕਿਉਂਕਿ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਸੋ ਕਾਫੀ ਦੇਰ ਬਾਅਦ ਇਹ ਜਿਹੜਾ ਗੁਰਮੀਤ ਰਾਮ ਰਹੀਮ ਦਾ ਪਰਿਵਾਰ ਉੱਥੇ ਇੰਤਜ਼ਾਰ ਕਰ ਰਿਹਾ ਸੀ ਉਹ ਜੇਲ੍ਹ ਤੋਂ ਬਾਹਰ ਆ ਗਿਆ ਹੈ ਹੁਣ ਗੁਰਮੀਤ ਰਾਮ ਰਹੀਮ, ਔਰ ਹੁਣ ਦੇਖਣਾ ਹੋਏਗਾ ਕਿ ਗੁਰੂਗ੍ਰਾਮ ਜਾਂਦਾ ਹੈ ਜਾਂ ਕਿਸੇ ਹੋਰ ਜਗ੍ਹਾ ਤੇ ਲਿਜਾਇਆ ਜਾਂਦਾ ਹੈ। ਇਹ ਹਲੇ ਇਸ ਬਾਰੇ ਅਧਿਕਾਰਿਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੈ ਕਿ ਉਹ ਡੇਰਾ ਸੱਚਾ ਸੌਦਾ ਸਿਰਸਾ ਜਾ ਸਕਦਾ ਹੈ ਜਾਂ ਗੁਰੂਗ੍ਰਾਮ ਜਾਂ ਕਿਸੇ ਹੋਰ ਜਗ੍ਹਾ। ਇਸ ਬਾਰੇ ਹਲੇ ਸਪਸ਼ਟਤਾ ਨਹੀਂ ਹੈ, ਪਰ ਸੁਨਾਰੀਆ ਜੇਲ੍ਹ ਤੋਂ, ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਗੁਰਮੀਤ ਰਾਮ ਰਹੀਮ ਬਾਹਰ ਆ ਗਿਆ ਹੈ। धीरेन्द्र चौधरी साडे सहयोगी जुड़े ने। धीरेन्द्र, की अपडेट है इस वेले, की हलचल है जेल दे बाहर? देखिए विजय, राम रहीम जेल से बाहर निकल चुके हैं और 8 गाड़ियों के काफिले से वो गुरुग्राम की तरफ निकले हैं, क्योंकि सुनारिया जेल से निकलने के बाद 2 रास्ते जाते हैं बाईपास से। एक तो हिसार की तरफ जो कि सिरसा पहुंचता है और दूसरा दिल्ली की तरफ जो कि गुरुग्राम पहुंचता है। तो संभावना ये है कि राम रहीम गुरुग्राम जा रहे हैं और उनके परिवार के सदस्य भी अब से कुछ देर पहले सुनारिया जेल परिसर में पहुंच गए थे। गुरुग्राम पुलिस, रोहतक पुलिस और राम रहीम के परिजन और राम रहीम अभी फिलहाल गुरुग्राम की तरफ निकले हैं। तो कितनी देर पहले जेल से बाहर आए? अब से सिर्फ 4-5 मिनट पहले राम रहीम का काफिला, जो पुलिस का काफिला है, उसमें राम रहीम की गाड़ी भी थी, उनको लेके गुरुग्राम की तरफ निकल गए। तो धीरेन्द्र, ये अंदर से ही गाड़ियां गई, जेल के अंदर से ही सीधी गाड़ियां ही निकली बाहर? हाँ, देखिए जेल परिसर या परिवार से कोई मुलाकात करते नजर आए? नहीं, देखिए जेल परिसर से जो जेल का मुख्य द्वार है उससे तकरीबन 1 किलोमीटर दूर पुलिस ने बैरिकेड्स लगा रखे हैं और राम रहीम के परिवार को जेल के मुख्य द्वार तक आने की अनुमति थी। राम रहीम का परिवार 2 गाड़ियों में सबसे पहले जेल परिसर के अंदर दाखिल हुआ और वहां पर राम रहीम से शायद मिले होंगे और उसके बाद उस काफिले के अंदर ही उनकी गाड़ियां भी शामिल कर ली गई, जो सिक्योरिटी के लिहाज से गुरुग्राम पुलिस और रोहतक पुलिस की जो गाड़ियां हैं राम रहीम को लेके गई है गुरुग्राम की तरफ। उस काफिले के अंदर ही राम रहीम के बेटे स्मित हमने देखा था, वो थे और उनकी बेटियां भी थी, वो उस काफिले के अंदर ही थे और वो सारा का सारा परिवार राम रहीम समेत रोहतक और गुरुग्राम पुलिस गुरुग्राम की तरफ लेकर निकले। ਤਾਂ ਐਕਸਕਲੂਸਿਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਪਹਿਲੀਆਂ ਤਸਵੀਰਾਂ ਨਿਊਜ਼ 18 ਤੇ ਕਾਫਲੇ ਦੀਆਂ। ਗੁਰਮੀਤ ਰਾਮ ਰਹੀਮ ਦਾ ਇਹ ਕਾਫਲਾ ਹੈ, ਗੱਡੀਆਂ ਤੁਸੀਂ ਦੇਖ ਸਕਦੇ ਹੋ, ਕਿਉਂਕਿ ਜਿਵੇਂ ਧੀरेन्द्र ਚੌਧਰੀ ਸਾਡੇ ਸਹਿਯੋਗੀ ਦੱਸ ਰਹੇ ਨੇ ਕਿ ਜੇਲ੍ਹ ਤੋਂ ਕਾਫੀ ਉਰੇ ਤੱਕ ਬੈਰੀਕੇਡਿੰਗ ਹੋਈ ਹੈ। ਮੀਡੀਆ ਕਰਮੀਆਂ ਨੂੰ ਇੱਕ ਲਿਮਿਟ ਤੱਕ ਉੱਥੇ ਜਾਣ ਦੀ ਇਜਾਜ਼ਤ ਹੁੰਦੀ ਹੈ, ਜੇਲ੍ਹ ਦੇ ਮੇਨ ਗੇਟ ਤੇ ਨਹੀਂ ਲਿਜਾਇਆ ਜਾਂਦਾ। ਗੁਰਮੀਤ ਰਾਮ ਰਹੀਮ ਦੇ ਪਰਿਵਾਰ ਨੂੰ ਉੱਥੇ ਜਾਣ ਦੀ ਇਜਾਜ਼ਤ ਸੀ। ਪਰਿਵਾਰ 2 ਗੱਡੀਆਂ ਦੇ ਵਿੱਚ ਪਹੁੰਚਦਾ ਹੈ, ਉਸ ਤੋਂ ਬਾਅਦ ਇਕੱਠੇ ਪੂਰਾ ਇਹ ਗੱਡੀਆਂ ਦਾ ਕਾਫਲਾ ਹੈ, ਦੇਖਿਆ ਜਾ ਸਕਦਾ। ਪਹਿਲੀਆਂ ਤਸਵੀਰਾਂ ਅਸੀਂ ਨਿਊਜ਼ 18 ਤੇ ਦਿਖਾ ਰਹੇ ਹਾਂ ਗੁਰਮੀਤ ਰਾਮ ਰਹੀਮ ਦੇ ਕਾਫਲੇ ਦੀਆਂ। ਗੁਰਮੀਤ ਰਾਮ ਰਹੀਮ ਇਹਨਾਂ ਚੋਂ ਇੱਕ ਗੱਡੀ ਦੇ ਵਿੱਚ ਸਵਾਰ ਹੈ ਔਰ ਕਾਫਲਾ ਗੁਰੂਗ੍ਰਾਮ ਵੱਲ ਅੱਗੇ ਵਧਿਆ ਹੈ। ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਸੀ ਕਿ ਗੁਰੂਗ੍ਰਾਮ ਜਾਣ ਦੇ ਜ਼ਿਆਦਾ ਚਾਂਸ ਨੇ। ਗੁਰੂਗ੍ਰਾਮ ਦੇ ਵਿੱਚ ਜੋ ਸੁਰੱਖਿਆ ਵਧਾਈ ਗਈ ਹੈ, ਜੋ ਹਲਚਲ ਗੁਰੂਗ੍ਰਾਮ ਦੇ ਵਿੱਚ ਦਿਸ ਰਹੀ ਹੈ। ਸੋ ਸਭ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਗੁਰੂਗ੍ਰਾਮ ਵੱਲ ਰਵਾਨਾ ਹੋਇਆ। ਇਹ ਤਸਵੀਰਾਂ ਨੇ ਕਾਫਲੇ ਦੀਆਂ। ਇਸ ਕਾਫਲੇ ਦੇ ਵਿੱਚ ਉਹਨਾਂ ਦਾ ਪਰਿਵਾਰ ਵੀ ਹੈ ਔਰ ਗੁਰਮੀਤ ਰਾਮ ਰਹੀਮ ਖੁਦ ਵੀ ਹੈ ਔਰ ਹੋਰ ਜਿਹੜੇ ਕੋਈ ਸਕੇ ਸੰਬੰਧੀ ਰਿਸ਼ਤੇਦਾਰ ਔਰ ਸਿਕਿਉਰਿਟੀ ਦੇ ਮੁਲਾਜ਼ਮ ਨੇ, ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ, ਕਿਉਂਕਿ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਦਾ ਖਾਸ ਧਿਆਨ ਹਰਿਆਣਾ ਸਰਕਾਰ ਰੱਖ ਰਹੀ ਹੈ ਜਾਂ ਹਰਿਆਣਾ ਪੁਲਿਸ ਰੱਖ ਰਹੀ ਹੈ, क्योंकि ये एक बहुत हाई प्रोफाइल इसनूं कह सकते हैं आपां केस है, एक बहुत वड्डी
ਕੰਟਰੋਵਰਸੀ ਜਿਹੜੀ ਹੈ ਇਸ ਦੇ ਨਾਲ ਜੁੜੀ ਹੋਈ ਹੈ। ਸੋ ਐਸੇ ਵਿੱਚ ਹਰਿਆਣਾ ਸਰਕਾਰ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਨਾਲ ਕੋਈ ਕੋਨਾ ਢਿੱਲਾ ਨਹੀਂ ਛੱਡਣਾ ਚਾਹੁੰਦੀ ਕਿ ਕੱਲ ਨੂੰ ਕਿਸੇ ਤਰੀਕੇ ਦੀ ਕੋਈ ਐਸੀ ਗੜਬੜ ਹੋਵੇ, ਐਸੀ ਘਟਨਾ ਹੋਵੇ ਜਿਸ ਕਰਕੇ ਸਟੇਟ ਦਾ ਜਾਂ ਨਾਲ ਲੱਗਦੇ ਗੁਆਂਢੀ ਸੂਬੇ ਦੇ ਵਿੱਚ ਕੋਈ ਮਾਹੌਲ ਖਰਾਬ ਹੋਵੇ ਇਸ ਤਰੀਕੇ ਦਾ। ਸੋ ਉਸ ਨੂੰ ਲੈ ਕੇ ਪੂਰਾ ਸੁਰੱਖਿਆ ਦਾ ਜਿਹੜਾ ਹੈ ਉਹ ਧਿਆਨ ਰੱਖਿਆ ਜਾ ਰਿਹਾ, ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾ ਰਿਹਾ। ਜਿਵੇਂ ਦਰਿੰਦਰ ਸਾਡੇ ਸਹਿਯੋਗੀ ਦੱਸ ਰਹੇ ਸੀ, ਗੁਰੂਗ੍ਰਾਮ ਵੱਲ ਕਾਫਲਾ ਵਧਿਆ ਹੈ। ਦਰਿੰਦਰ ਜੁੜੇ ਹੋਏ ਨੇ ਸਾਡੇ ਨਾਲ। ਦਰਿੰਦਰ, ਆਪਾਂ ਕਹਿ ਸਕਦੇ ਹਾਂ ਕਿ ਗੁਰੂਗ੍ਰਾਮ ही काफिला जा रहा है? हाँ, देखिए, जो सुनारिया जेल परिसर है, ये सुनारिया जो गांव है ये रोहतक की दाईं तरफ है और वो बाईपास का एरिया है जहां से दो रास्ते गुजरते हैं, एक हिसार की तरफ और दूसरा दिल्ली की तरफ। हिसार का रास्ता सिरसा आता है और जो दिल्ली का रास्ता है वो गुरुग्राम की तरफ जाता है। जो काफिला था जेल परिसर से निकल के दिल्ली के रास्ते पर चला है, जो कि आगे चलकर गुरुग्राम की तरफ जाएगा। और इससे पुख्ता तौर पर हम कह सकते हैं कि अगर राम रहीम को सिरसा लाया जाता तो वो हिसार की तरफ वो काफिला जाता और गुरुग्राम पुलिस की गाड़ी राम रहीम के काफिले को एस्कॉर्ट भी कर रही थी। तो इससे पुख्ता तौर पर हम कह सकते हैं कि राम रहीम को गुरुग्राम ही लेके जाया जा रहा है। तो सिक्योरिटी कितनी है? ऐसी गाड़ियां काफी देख पा रहे हैं दरिंदर, काफी सारियां गड्डियां ने, पुलिस दियां ने, होर भी कुछ गड्डियां जाहिर जी गल है होणगियां परिवारिक मित्रां दियां, दोस्तां दियां या फिर परिवारिक मैंबरां दियां, पर काफी बड़ा काफिला लग रहा है। देखिए, राम रहीम के परिवार की 2 गाड़ियां हैं। इसके अलावा गुरुग्राम पुलिस से 3 गाड़ियां आई थी राम रहीम को लाने के लिए, और फिर सुरक्षा के लिहाज से रोहतक पुलिस भी उनको साथ में बैकअप दे रही है। तो कुल मिला के 8 से 9 गाड़ियों का काफिला है जो कि राम रहीम के परिवार, गुरुग्राम पुलिस और रोहतक पुलिस का है। तो राम रहीम कितनी देर का रास्ता है तो गुरुग्राम का? देखिए, गुरुग्राम का तकरीबन 45 मिनट से 1 घंटे तक का रास्ता है, जो कि रोहतक से गुरुग्राम अगर पहुंचते हैं तो किसी तरह की कोई बीच में जाम की स्थिति नहीं बनी। तो और खास तौर से राम रहीम को ले जाया जा रहा है तो पहले से ही अलर्ट होगा, रास्ता खाली होगा, तो 45 से 50 मिनट में राम रहीम रोहतक से गुरुग्राम पहुंच जाएंगे। अच्छा धीरेंद्र, इस फैसले ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਬਹੁਤ ਗਰਮਾ ਗਈ ਹੈ। ਪੰਜਾਬ ਦੇ ਵਿੱਚ ਬੜੇ ਸਾਰੇ ਸਿਆਸੀ ਪ੍ਰਤੀਕਰਮ ਆਏ ਨੇ, ਖਾਸ ਕਰਕੇ ਐਸਜੀਪੀਸੀ ਦੀ ਅਗਰ ਮੈਂ ਗੱਲ ਕਰਾਂ ਤਾਂ ਐਸਜੀਪੀਸੀ ਨੇ ਕਿਹਾ ਕਿ ਇਹ ਇਸ ਵੇਲੇ ਵੋਟਾਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ ਹੈ, ਕਿਉਂਕਿ ਇਲੈਕਸ਼ਨ ਹੋ ਰਹੇ ਆ ਪੰਜਾਬ ਦੇ ਵਿੱਚ, 15 ਦਿਨਾਂ ਬਾਅਦ ਵੋਟਾਂ ਪੈਣੀਆਂ, 12-13 ਦਿਨ ਹੀ ਬਚੇ ਨੇ, 20 ਫਰਵਰੀ ਨੂੰ VOTING ਹੈ। ਸੋ ਐਸੇ ਵਿੱਚ ਸਿੱਧਾ ਜੋੜ ਕੇ ਦੇਖਿਆ ਜਾ ਰਿਹਾ ਹੈ ਔਰ ਹਰਿਆਣਾ ਦੇ ਸੀਐਮ ਕਹਿ ਰਹੇ ਨੇ ਕਿ एक कोइंसिडेंस है, इत्तेफाक है, इसका चोणा नाल कोई संबंध नहीं है। सो सियासत किस तरीके नाल गरमाई है? सियासत की बात है, अगस्त 2017 से राम रहीम जेल में है, लेकिन अगर डेरे की कार्यप्रणाली की बात करें तो डेरे के अंदर एक राजनीतिक विंग है जो इसी तरह के फैसले लेती है, चाहे पंजाब की बात हो, हरियाणा की बात हो। चुनाव में किस पार्टी को डेरा अपना समर्थन देता है, इवन पार्टी नहीं, किसी पर्टिकुलर कैंडिडेट को लेकर भी डेरे की तरफ से निर्देश जारी किए जाते हैं अपनी संगत को कि वो किसका समर्थन करेंगे। तो इससे इनकार नहीं किया जा सकता कि डेरे का दखल राजनीति में है और शायद राम रहीम को उसी को लेकर, क्योंकि सवाल जरूर उठते हैं, क्योंकि इससे पहले भी राम रहीम ने पैरोल के लिए कई बार एप्लीकेशन लगाई थी, लेकिन हर बार सुरक्षा कारणों से, कानून व्यवस्था के लिहाज से रिजेक्ट कर दी जाती थी। लेकिन अब जब पंजाब के अंदर चुनाव चल रहे हैं उस वक्त राम रहीम को फरलो दी जाती है। एक बार तो राम रहीम ने पैरोल के लिए अपनी मां की सेहत को देखते हुए पैरोल डाली थी कि उनकी मां की सेहत खराब है, उस वक्त भी सिरसा प्रशासन की तरफ से क्लीन चिट नहीं दी गई थी कानून व्यवस्था के लिहाज से। तो अब सवाल उठने लाजमी है, जब राम रहीम को 4 साल से ज्यादा अरसा हो गया, पैरोल नहीं मिली और अब अचानक से जब पंजाब के अंदर चुनाव चल रहे हैं उस वक्त राम रहीम को फरलो दे दी जाती है, तो ये बिल्कुल सवालिया निशान लगाते हैं। और बाकायदा डेरा सच्चा सौदा के बारे में तो ये कहा जाता है कि डेरा सच्चा सौदा बिल्कुल चुनाव के अंदर भागीदारी रखता है, डायरेक्शन दिए जाते हैं। और इससे पहले आपने भी देखा होगा कि पंजाब, हरियाणा नहीं बल्कि केंद्र, यूपी और एनडीए के भी बड़े बड़े नेता डेरा सच्चा सौदा के अंदर आते रहे हैं और आशीर्वाद लेते रहे हैं। और धीरेंद्र, एक ही डेरा ऐसा डेरा है जिहड़ा सीधा मतलब डायरेक्टली शमूलियत करता है, जिस डेरे वालों ऐलान कर दिता जाता है कि किहड़ी पार्टी नूं सपोर्ट करनी है, जो पिछला आपा इतिहास देखिए तो। हाँ, देखिए, ये सिर्फ अपवाद कह सकते हैं कि 2017 के बाद 2019 के जो लोकसभा चुनाव हुए उसमें बाबा जेल के अंदर बंद थे, इसलिए डायरेक्ट डेरे की तरफ से कोई निर्देश जारी नहीं किए गए। लेकिन 2017 से पहले शायद ही कोई ऐसा चुनाव होगा जब डेरे की तरफ से सीधे तौर पर इशारा नहीं किया गया हो।
और अब राम रहीम अगर जेल से बाहर आ गए हैं तो इसको लेकर भी सवाल उठने लाजमी है, क्योंकि डेरे की हमेशा से ही इन्वॉल्वमेंट राजनीति में रही है, चाहे हरियाणा की राजनीति हो, पंजाब की राजनीति हो या फिर केंद्र की राजनीति हो, क्योंकि डेरे के काफी फॉलोअर है, देश भर में फॉलोअर हैं और डेरे के जो अनुयायी हैं, समर्थक हैं, वो डेरे के इशारे पर ही अपना वोट करते हैं। ऐसी भी बातें सामने आती हैं। ਔਰ ਇੱਕ ਚੀਜ਼ ਹੋਰ ਇਸ ਦੇ ਵਿੱਚ ਜ਼ਿਆਦਾ ਧਿਰਿੰਦਰ ਚਰਚਾ ਦੇ ਵਿੱਚ ਹੈ, ਕਿਉਂਕਿ ਹਰਿਆਣਾ ਦੇ ਵਿੱਚ ਤੇ ਬੀਜੇਪੀ ਦੀ ਸਰਕਾਰ ਹੈ ਸਿੱਧੀ ਸਿੱਧੀ, ਪਰ ਪੰਜਾਬ ਦੇ ਵਿੱਚ ਇਸ ਵਾਰ ਥੋੜਾ ਜਿਹਾ ਚੋਣ ਜਿਹੜਾ ਦ੍ਰਿਸ਼ ਹੈ ਉਹ ਥੋੜਾ ਅਲੱਗ ਹੈ, ਕਿਉਂਕਿ ਪਹਿਲਾਂ ਬੀਜੇਪੀ ਅਕਾਲੀ ਦਲ ਦੇ ਨਾਲ ਮਿਲ ਕੇ ਚੋਣ ਲੜਦੀ ਸੀ ਅਲਾਇੰਸ ਦੇ ਤਹਿਤ, ਪਰ ਇਸ ਵਾਰ ਬੀਜੇਪੀ ਇਕੱਲੀ ਆਪਣੀ ਜਿਹੜੀ ਐਗਜ਼ਿਸਟੈਂਸ ਹੈ, ਆਪਣੀ ਜਿਹੜੀ ਮੌਜੂਦਗੀ ਹੈ ਉਸ ਨੂੰ ਮਜ਼ਬੂਤੀ ਦੇ ਨਾਲ ਦਿਖਾਉਣਾ ਚਾਹੁੰਦੀ ਹੈ। ਔਰ ਜੇ ਜਿਹੜੇ ਬਾਕੀ ਦਲ ਨੇ ਉਹ ਇਸ ਫੈਸਲੇ ਨੂੰ ਲੈ ਕੇ ਸਿੱਧਾ ਬੀਜੇਪੀ ਨੂੰ ਕਟਹਿਰੇ ਦੇ ਵਿੱਚ ਖਾਸ ਤੌਰ ਤੇ ਖੜਾ ਕਰ ਰਹੇ ਆ, ਹਾਲਾਂਕਿ ਡੇਰੇ ਦੀ ਸਪੋਰਟ ਸਮੇਂ-ਸਮੇਂ ਤੇ ਬਾਕੀ ਪਾਰਟੀਆਂ ਨੂੰ ਵੀ ਰਹੀ ਹੈ। ਤਾਂ ਧਿਰਿੰਦਰ ਚੌਧਰੀ ਸਾਡੇ ਸਹਿਯੋਗੀ ਜੁੜੇ ਹੋਏ ਸੀ ਜਿਸ ਤਰੀਕੇ ਨਾਲ, ਕਿਉਂਕਿ ਹਰ ਕੋਨੇ ਤੋਂ ਹਰ ਪੱਖ ਤੋਂ ਹੁਣ ਇਸ ਤੇ ਪ੍ਰਤੀਕਰਮ ਆ ਰਹੇ ਨੇ, ਹਰ ਪੱਖ ਤੋਂ ਵਿਚਾਰਿਆ ਜਾ ਰਿਹਾ ਇਸ ਫੈਸਲੇ ਨੂੰ। ਪਰ ਗੁਰਮੀਤ ਰਾਮ ਰਹੀਮ ਦੇ ਲਈ ਇਹ ਫੈਸਲਾ ਜ਼ਰੂਰ ਰਾਹਤ ਦੇਣ ਵਾਲਾ ਹੈ, ਜਾਂ ਜਿਹੜੇ ਡੇਰਾ ਸਮਰਥਕ ਨੇ ਉਹਨਾਂ ਦੇ ਲਈ ਰਾਹਤ ਦੇਣ ਵਾਲਾ ਹੈ, ਪਰ ਇਸ ਫੈਸਲੇ ਨਾਲ ਪੰਜਾਬ ਦੀ ਸਿਆਸਤ ਇੱਕਦਮ ਗਰਮਾ ਗਈ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਬਿਆਨਬਾਜ਼ੀ ਜਿਹੜੀ ਆ ਉਹ ਇੱਕਦਮ ਤੇਜ਼ ਹੋ ਗਈ ਹੈ, ਕਿਉਂਕਿ ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਡੇਰਾ ਸੱਚਾ ਸੌਦਾ ਉਸਦਾ ਇੱਕ ਵੱਡਾ ਵੋਟ ਬੈਂਕ ਹੈ, ਜੋ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਫਾਲੋਅਰਸ ਨੇ ਔਰ ਜਿਸ ਪਾਸੇ ਵੱਲੋਂ ਭੁਗਤ ਜਾਂਦੇ ਨੇ ਉਸ ਪਾਰਟੀ ਦੇ ਚੋਣ ਨਤੀਜਿਆਂ ਨੂੰ ਉਹ ਪ੍ਰਭਾਵਿਤ ਕਰਦੇ ਨੇ। ਇਸ ਕਰਕੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਔਰ ਇਸੇ ਵਿਚਾਲੇ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਦਾ ਬਿਆਨ ਆਇਆ ਹੈ ਕਿ ਗੁਰਮੀਤ ਰਾਮ ਰਹੀਮ ਹਰਿਆਣਾ ਦੇ ਵਿੱਚ ਕਿਤੇ ਵੀ ਜਾ ਸਕਦਾ ਹੈ। ਇਹ ਖੁੱਲੀ ਫਰਲੋ ਹੈ, ਕੋਈ ਪਾਬੰਦੀ ਕਿਸੇ ਤਰ੍ਹਾਂ ਦੀ ਨਹੀਂ ਹੋਏਗੀ ਕਿ ਉਹ ਇੱਕ ਜਗ੍ਹਾ ਤੇ ਹੀ ਰਹਿਣਾ ਹੋਏਗਾ ਜਾਂ ਉੱਥੋਂ ਬਾਹਰ ਨਹੀਂ ਜਾ ਸਕਦਾ ਜਾਂ ਇੱਕ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦਾ। ਰਣਜੀਤ ਚੌਟਾਲਾ ਜਿਹੜੇ ਜੇਲ੍ਹ ਮੰਤਰੀ ਨੇ ਹਰਿਆਣਾ ਦੇ, ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਇਹ ਖੁੱਲੀ ਹੈ ਫਰਲੋ, ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਔਰ ਗੁਰਮੀਤ ਰਾਮ ਰਹੀਮ ਕਿਤੇ ਵੀ ਘੁੰਮ ਫਿਰ ਸਕਦਾ ਹੈ, ਖੁੱਲਾ ਕਿਤੇ ਵੀ ਆ ਜਾ ਸਕਦਾ ਹੈ, ਸੋ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ। सो हरियाणा के जेल मंत्री दा देखिए वो जो उस ऑर्डर में है उस हिसाब से देंगे, कहीं भी जाएंगे हरियाणा में जाएंगे, हरियाणा में कुछ कंडीशंस भी होंगी सर इस फरलो की, कुछ कंडीशंस होंगी जैसे मैंने डिटेल नहीं पढ़ी, पर जो मुझे पता है कि यही होता है, स्टेट में कहीं भी ले जाएं, एडमिनिस्ट्रेशन डिसाइड करता है, होम सेक्रेटरी विद द नोटिस ऑफ द होम मिनिस्टर, चीफ मिनिस्टर, ये तय सर कुछ ਤਾਂ ਹਰਿਆਣਾ ਦੇ ਵਿੱਚ ਘੁੰਮਣ ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੋਏਗੀ, ਇਹ ਸਪਸ਼ਟ ਕਰ ਰਹੇ ਨੇ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ। ਇੱਕ ਹੋਰ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ, ਜਲਦੀ ਵਾਪਸ ਆਉਣੇ ਆ।